सत श्री अकाल दोस्तों। किताब तर्कवेद, लेखक नरिंदर सिंह कपूर। इसका लेख ਵਿਆਹ करना एक समाजिक फर्ज ਅਤੇ ਪ੍ਰਕਿਰਤਿਕ ਲੋੜ है। पुरुष ਦੇ ਮੁਕਾਬਲੇ ਔਰਤ ਲਈ ਵਿਆਹ ਹੋਰ ਵੀ ਜ਼ਰੂਰੀ ਸਮਝਿਆ ਜਾਂਦਾ ਹੈ, ਕਿਉਂਕਿ ਪੁरुष ਦੀ ਸਫਲਤਾ ਆਰਥਿਕ ਖੇਤਰ ਨਾਲ ਸੰਬੰਧਿਤ ਹੁੰਦੀ ਹੈ, ਜਦੋਂ ਕਿ ਔਰਤ ਦੀ ਜ਼ਿੰਦਗੀ ਦਾ ਮੁਹਾਵਰਾ ਉਸ ਦੀ ਸੰਤਾਨ ਹੁੰਦਾ ਹੈ। ਕੋਈ ਵਿਅਕਤੀ ਭਾਵੇਂ ਕਿਤਨਾ ਵੀ ਮਹਾਨ ਹੋਵੇ ਅਤੇ ਉਸ ਦਾ ਮਨੁੱਖਤਾ ਨੂੰ ਯੋਗਦਾਨ ਭਾਵੇਂ ਕਿਤਨਾ ਵੀ ਸਲਾਹੁਣਯੋਗ ਹੋਵੇ ਅਤੇ ਭਾਵੇਂ ਉਹ ਵਿਆਹ ਕਰੇ ਜਾਂ ਨਾ ਹੀ ਕਰੇ, ਪਰ ਉਸ ਦੀ ਮਹਾਨਤਾ ਜਾਂ ਯੋਗਦਾਨ ਦਾ ਸਤਿਕਾਰ ਉਸ ਦੇ ਚੰਗਾ ਸਫਲ ਪਤੀ ਜਾਂ ਪਿਤਾ ਹੋਣ ਜਾਂ ਬਣ ਸਕਣ ਦੇ ਅਨੁਪਾਤ ਵਿੱਚ ਹੀ ਹੋਵੇਗਾ। ਵਿਆਹ ਨੂੰ ਜੇ ਗਲਤੀ ਵੀ ਸਮਝ ਲਿਆ ਜਾਵੇ ਤਾਂ ਵੀ ਇਹ ਇੱਕ ਅਜਿਹੀ ਗਲਤੀ ਹੈ ਜੋ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਜਿਹੜੀ ਗਲਤੀ ਸਾਰੀ ਦੁਨੀਆ ਕਰਦੀ ਹੈ ਉਹ ਗਲਤੀ ਨਹੀਂ ਰਹਿੰਦੀ, ਉਹ ਲੋੜ ਰਿਵਾਜ ਜਾਂ ਪਰੰਪਰਾ ਬਣ ਜਾਂਦੀ ਹੈ। ਵਿਆਹ ਇੱਕ ਅਜਿਹਾ ਵਿਸ਼ਾ ਹੈ ਜਿਸ ਸੰਬੰਧੀ ਹਰ ਵਿਅਕਤੀ ਆਪਣੇ ਅਨੁਭਵ ਦੇ ਆਧਾਰ ਉੱਤੇ ਆਪਣੇ ਆਪ ਨੂੰ ਫਿਲਾਸਫਰ ਸਮਝਦਾ ਹੈ ਅਤੇ ਇਸ ਸੰਬੰਧੀ ਆਪਣੀ ਸਫਲਤਾ ਜਾਂ ਅਸਫਲਤਾ ਦੇ ਆਧਾਰ ਉੱਤੇ ਬਹਿਸ ਕਰਨ ਲਈ ਸਦਾ ਤਿਆਰ ਰਹਿੰਦਾ ਹੈ। ਵਿਆਹ ਨੂੰ ਸਫਲ ਬਣਾਉਣ ਵਿੱਚ ਦੋਹਾਂ ਧਿਰਾਂ ਦੀ ਢੇਰ ਅਤੇ ਨਿਰੰਤਰ ਮਿਹਨਤ ਲੱਗੀ ਹੁੰਦੀ ਹੈ ਅਤੇ ਇਸ ਨੂੰ ਅਸਫਲ ਬਣਾਉਣ ਲਈ ਦੋਹਾਂ ਧਿਰਾਂ ਨੂੰ ਹੋਰ ਵੀ ਵਧੇਰੇ ਮਿਹਨਤ ਕਰਨੀ ਪੈਂਦੀ ਹੈ। ਸੁਕਰਾਤ ਨੇ ਕਿਹਾ ਸੀ ਕਿ ਵਿਆਹ ਕਰਵਾਉਣ ਵਾਲੇ ਤਾਂ ਦੁਖੀ ਹੁੰਦੇ ਹੀ ਹਨ, ਪਰ ਵਿਆਹ ਨਾ ਕਰਵਾਉਣ ਵਾਲੇ ਵੀ ਕਿਸੇ ਵੀ ਪੱਖੋਂ ਸੁਖੀ ਨਹੀਂ ਕਹੇ ਜਾ ਸਕਦੇ। ਹਰ ਇੱਕ ਵਿਅਕਤੀ ਵਿਆਹ ਸੰਬੰਧੀ ਕਈ ਲਤੀਫੇ ਸੁਣਾ ਸਕਦਾ ਹੈ, ਪਰ ਅਜੇ ਤੱਕ ਮਨੁੱਖ ਵਿਆਹ ਦੇ ਮੁਕਾਬਲੇ ਮਰਦ ਅਤੇ ਔਰਤ ਵਿਚਕਾਰ ਵਧੇਰੇ ਹੰਢਣਸਾਰ ਸੁਖਾਵਾਂ ਅਤੇ ਕਾਰਗਰ ਰਿਸ਼ਤਾ ਨਹੀਂ ਉਸਾਰ ਸਕਿਆ। ਵਿਆਹ ਅਸਲ ਵਿੱਚ ਸੰਤਾਨ ਪੈਦਾ ਕਰਨ ਅਤੇ ਬੱਚਿਆਂ ਨੂੰ ਪਾਲਣ ਪੋਸ਼ਣ ਦੇ ਕਰਤੱਵ ਨਿਭਾਉਣ ਦਾ ਵਸੀਲਾ ਹੁੰਦਾ ਹੈ। ਬਾਕੀ ਸਾਰੀਆਂ ਤਸੱਲੀਆਂ ਦੂਜੇ ਨੰਬਰ 'ਤੇ ਆਉਂਦੀਆਂ ਹਨ। ਸੰਤਾਨ ਦੀ ਲੋੜ ਸਾਮੰਤਵਾਦੀ ਯੁੱਗ ਵਿੱਚ ਜ਼ਮੀਨ ਜਾਇਦਾਦ ਦੇ ਵਾਰਸ ਪ੍ਰਾਪਤ ਕਰਨ ਦੀ ਲੋੜ ਅਤੇ ਅਭਿਲਾਸ਼ਾ ਵਿੱਚੋਂ ਉਪਜੀ ਸੀ। ਹੁਣ ਪੂੰਜੀਵਾਦ ਯੁੱਗ ਵਿੱਚ ਕਿਰਾਏ ਉੱਤੇ ਮਕਾਨਾਂ ਵਿੱਚ ਰਹਿਣ ਵਾਲੇ ਨੌਕਰੀ ਪੇਸ਼ਾ ਲੋਕਾਂ ਕੋਲ ਆਪਣੀ ਸੰਤਾਨ ਨੂੰ ਦੇਣ ਲਈ ਜਾਇਦਾਦ ਦਾ ਪੁਰਾਣਾ ਰੂਪ ਨਹੀਂ ਰਿਹਾ ਅਤੇ ਨਤੀਜਾ ਇਹ ਹੋਇਆ ਹੈ ਕਿ ਵਿਆਹ ਦੀ ਖਿੱਚ ਢਿੱਲੀ ਹੋ ਰਹੀ ਹੈ ਅਤੇ ਮਰਦ ਔਰਤ ਦੇ ਸੰਤਾਨ ਮੁਕਤ ਜਿਨਸੀ ਸੰਬੰਧਾਂ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ। ਉਂਝ ਵੀ ਮਹਾਨਗਰਾਂ ਵਿੱਚ ਖੁੱਲ੍ਹੇ ਜਿਨਸੀ ਸੰਬੰਧਾਂ ਦੀਆਂ ਅਥਾਹ ਸੰਭਾਵਨਾਵਾਂ ਹਨ, ਪਰ ਵਿਆਹ ਜ਼ਿੰਮੇਵਾਰੀਆਂ ਭਰੀ ਮੁਸੀਬਤ ਬਣਦਾ ਜਾ ਰਿਹਾ ਹੈ। ਦੂਜੇ ਪਾਸੇ ਗਰਭ ਰੋਕੂ ਵਿਧੀਆਂ ਨੇ ਸੰਭੋਗ ਨੂੰ ਸੰਤਾਨ ਤੋਂ ਨਿਖੇੜ ਦਿੱਤਾ ਹੈ। ਜੇ ਲੋਕ ਬੱਚੇ ਘੱਟ ਪੈਦਾ ਕਰ ਰਹੇ ਹਨ ਤਾਂ ਕਾਰਨ ਇਹ ਨਹੀਂ ਕਿ ਉਹ ਸਮਝਦਾਰ ਹੋ ਗਏ ਹਨ, ਸਗੋਂ ਕਾਰਨ ਇਹ ਹੈ ਕਿ ਬੱਚੇ ਪਾਲਣੇ ਬੜੇ ਮਹਿੰਗੇ ਹੋ ਗਏ ਹਨ ਅਤੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਦੀ ਸਮੱਸਿਆ ਬੜੀ ਡਰਾਉਣੀ ਹੋ ਗਈ ਹੈ। ਹੁਣ ਇਹ ਗੱਲ ਵੀ ਨਿਸ਼ਚਿਤ ਹੋ ਗਈ ਹੈ ਕਿ ਸੰਤਾਨ ਹੋਰ ਭਾਵੇਂ ਕੁਝ ਵੀ ਕਰੇ, ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰੇਗੀ, ਸਗੋਂ ਸੰਤਾਨ ਮਾਪਿਆਂ ਤੋਂ ਸੇਵਾ ਕਰਵਾਉਂਦੀ ਰਹੇਗੀ। ਜਦੋਂ ਆਰਥਿਕ ਰਿਸ਼ਤੇ ਬਦਲ ਗਏ ਹਨ ਤਾਂ ਸਮਾਜਿਕ ਰਿਸ਼ਤੇ ਵੀ ਬਦਲਣੇ ਲਾਜ਼ਮੀ ਹਨ। ਪ੍ਰਮਾਣ ਵਜੋਂ ਅਜੋਕੇ ਯੁੱਗ ਵਿੱਚ ਪਿਆਰ ਦੇ ਨਾਂ ਥੱਲੇ ਜਿਨਸੀ ਸੰਬੰਧ ਸਥਾਪਿਤ ਕਰਨ ਲਈ ਹਰ ਕੋਈ ਤਿਆਰ ਹੈ, ਪਰ ਵਿਆਹ ਕਰਨ ਲਈ ਹਰ ਕੋਈ ਤਿਆਰ ਨਹੀਂ ਹੈ। ਵਿਆਹ ਤਾਂ ਜਬਰੀ ਫੌਜੀ ਭਰਤੀ ਬਣ ਗਿਆ ਹੈ, ਜਦੋਂ ਕਿ ਪਿਆਰ ਜਾਂ ਇਸ਼ਕ ਜਾਂ ਮੁਹੱਬਤ ਪੂਰੀ ਤਨਖਾਹ ਸਮੇਤ ਛੁੱਟੀ ਬਣ ਗਈ ਹੈ। ਵਿਆਹ ਦਾ ਸੰਕਲਪ ਪੁਰਾਣਾ ਅਤੇ ਵਿਆਪਕ ਹੈ ਅਤੇ ਇਹ ਮਨੁੱਖੀ ਸੰਸਕਾਰਾਂ ਵਿੱਚ ਇਸ ਹੱਦ ਤੱਕ ਧੱਸਿਆ ਹੋਇਆ ਹੈ ਕਿ ਇਸ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ। ਅਸੀਂ ਵਿਆਹ ਦੀ ਸੰਸਥਾ ਨੂੰ ਤਿਆਗ ਨਹੀਂ ਸਕਦੇ, ਪਰ ਵਿਆਹ ਕਰਵਾਉਣਾ ਆਪਣੀ ਵੇਤ ਅਨੁਸਾਰ ਮੁਲਤਵੀ ਜ਼ਰੂਰ ਕਰਨ ਲੱਗ ਪਏ ਹਾਂ। ਪਹਿਲਾਂ ਵਿਆਹ ਚੜ੍ਹਦੀ ਜਵਾਨੀ ਵਿੱਚ ਹੁੰਦੇ ਸਨ ਅਤੇ ਦੋਵੇਂ ਧਿਰਾਂ ਕੱਚੀਆਂ ਹੋਣ ਕਾਰਨ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਰਚ ਮਿਚ ਜਾਂਦੀਆਂ ਸਨ। ਪਹਿਲਾਂ ਇੱਕ ਹੀ ਔਰਤ ਆਪਣੇ ਪਤੀ ਲਈ ਪ੍ਰੇਮਿਕਾ, ਮਸ਼ੂਕ ਅਤੇ ਪਤਨੀ ਹੋਇਆ ਕਰਦੀ ਸੀ, ਅਰਥਾਤ 20 ਕੁ ਸਾਲ ਦੀ ਉਮਰ ਵਿੱਚ ਪਤਨੀ, ਪ੍ਰੇਮਿਕਾ ਅਤੇ ਪਤਨੀ ਦੋਵੇਂ ਬਣਦੀ ਸੀ। ਹੁਣ ਵਿਆਹ ਢਲਦੀ ਜਵਾਨੀ ਵਿੱਚ ਹੁੰਦੇ ਹਨ, ਜਦੋਂ ਕਿ ਵਿਆਹ ਤੋਂ ਪਹਿਲਾਂ ਜਵਾਨੀ ਵਿੱਚ ਜਿਹੜਾ ਰਿਸ਼ਤਾ ਅਸੀਂ ਉਸਾਰਦੇ ਹਾਂ ਉਸ ਨੂੰ ਅਸੀਂ ਪਿਆਰ, ਮੁਹੱਬਤ, ਇਸ਼ਕ ਆਦਿ ਦਾ ਨਾਂ ਦੇਣ ਲੱਗ ਪਏ ਹਾਂ। ਦੂਜੇ ਸ਼ਬਦਾਂ ਵਿੱਚ ਹੁਣ ਹਰ ਇੱਕ ਵਿਅਕਤੀ ਆਪਣੇ ਜੀਵਨ ਵਿੱਚ ਅੰਦਰ ਖਾਤੇ 2 ਜਾਂ 3 ਜਾਂ 4 ਵਿਆਹ ਕਰਦਾ ਹੈ। ਪਿਆਰ, ਮੁਹੱਬਤ ਆਦਿ ਅਸਲ ਵਿਆਹ ਲਈ ਰਿਹਾਸਲਾਂ ਬਣ ਗਏ ਹਨ। ਉਸ ਵਿਆਹ ਦਾ ਅਨੁਮਾਨ ਲਾਓ ਜਿੱਥੇ ਪਤਨੀ ਨੂੰ 4 ਇਸ਼ਕ ਹੰਢਾਉਣ ਦਾ ਅਨੁਭਵ ਹੋਵੇ ਅਤੇ ਪਤੀ ਕੋਰਾ ਕਾਗਜ਼ ਹੋਵੇ। ਇਹ ਤਾਂ ਨਹੀਂ ਕਿਆਸਿਆ ਜਾ ਸਕਦਾ
ਕਿ ਵਿਆਹ ਦੀ ਸੰਸਥਾ ਦਾ ਅੰਤ ਕੀ ਹੋਵੇਗਾ, ਪਰ ਇਹ ਜ਼ਰੂਰ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਵਿਆਹ ਉਹ ਨਹੀਂ ਰਹੇ ਜੋ ਹੋਇਆ ਕਰਦੇ ਸਨ। ਕਈ ਲੋਕ ਚਿੰਤਤ ਹਨ ਕਿ ਤਲਾਕ ਵੱਧ ਰਹੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਹਰ ਤਲਾਕ ਪਿੱਛੇ ਭਾਵਨਾ ਇੱਕ ਹੋਰ ਵਿਆਹ ਕਰਨ ਦੀ ਹੁੰਦੀ ਹੈ। ਤਲਾਕ ਨਹੀਂ ਵੱਧ ਰਹੇ, ਅਸਲ ਵਿੱਚ ਵਿਆਹ ਵੱਧ ਰਹੇ ਹਨ। ਕੋਈ ਸਮਾਂ ਸੀ ਜਦੋਂ ਵਿਆਹ ਆਪਣੇ ਆਪ ਵਿੱਚ ਇੱਕ ਅੰਤਮ ਉਦੇਸ਼ ਸੀ, ਪਰ ਹੁਣ ਦੂਜੀ ਧਿਰ ਨੂੰ ਲੁੱਟਣ ਦਾ ਜਾਂ ਸਭ ਦੇ ਸਾਹਮਣੇ ਵਾਜੇ ਗਾਜੇ ਨਾਲ ਡਾਕਾ ਮਾਰਨ ਦਾ ਇਹ ਇੱਕ ਸਾਧਨ ਹੋ ਗਿਆ ਹੈ। ਇਸੇ ਕਰਕੇ ਵਿਆਹ ਨਾਲ ਜੁੜੀ ਸਤਿਕਾਰ ਦੀ ਭਾਵਨਾ ਲੋਪ ਹੋ ਗਈ ਹੈ। ਕਹਿੰਦੇ ਹਨ, ਜੇ ਤੁਸੀਂ ਲੰਗੜੇ ਹੋਏ ਬਿਨਾਂ ਲੰਗੜਿਆਂ ਵਾਂਗ ਤੁਰਨਾ ਚਾਹੁੰਦੇ ਹੋ ਤਾਂ ਵਿਆਹ ਕਰਵਾ ਲਵੋ। ਇਹ ਵੀ ਕਿਹਾ ਜਾਂਦਾ ਹੈ ਕਿ ਵਿਆਹ ਅਜਿਹੀ ਦਵਾਈ ਹੈ ਜਿਸ ਨਾਲ ਇਸ਼ਕ ਦਾ ਬੁਖਾਰ ਲੈ ਜਾਂਦਾ ਹੈ। ਇਵੇਂ ਵੀ ਕਿਹਾ ਜਾਂਦਾ ਹੈ ਕਿ ਜਦੋਂ ਪ੍ਰੇਮੀ ਵਿਆਹ ਕਰਦੇ ਹਨ ਤਾਂ ਪਿਆਰ ਦਹਿਲੀਜ਼ ਤੋਂ ਬਾਹਰ ਹੀ ਰਹਿ ਜਾਂਦਾ ਹੈ। ਸਾਡੇ ਦੇਸ਼ ਵਿੱਚ ਸੁਹਾਗ ਰਾਤ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਉਹ ਕਈਆਂ ਲਈ ਬੜਾ ਡਰਾਉਣਾ ਅਤੇ ਬਹੁਤਿਆਂ ਲਈ ਬੜਾ ਹਾਸੋਹੀਣਾ ਹੈ। ਪਹਿਲੀ ਰਾਤ ਉਪਰੰਤ ਹੀ ਦੋਹਾਂ ਧਿਰਾਂ ਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਇਹ ਉਹ ਨਹੀਂ ਜਿਸ ਸੰਬੰਧੀ ਮੈਂ ਇਤਨੇ ਸੁਪਨੇ ਵੇਖੇ ਸਨ। ਸੋਚਵਾਨ ਵਿਅਕਤੀ ਲਈ ਵਿਆਹ ਉਮਰ ਕੈਦ ਹੁੰਦਾ ਹੈ। ਮਨੋਵਿਗਿਆਨਿਕ ਕਾਰਨਾਂ ਕਰਕੇ ਔਰਤ ਪਰੰਪਰਾਗਤ ਕੰਮਾਂ ਵਿੱਚ ਰੁੱਝ ਕੇ ਵਧੇਰੇ ਖੁਸ਼ ਹੁੰਦੀ ਹੈ, ਜਦੋਂ ਕਿ ਪੁਰਸ਼ ਨਵੀਨਤਾ ਦਾ ਅਭਿਲਾਸ਼ੀ ਹੁੰਦਾ ਹੈ। ਵਿਆਹ ਸਮੇਂ ਔਰਤ ਆਪਣੀ ਖੁਸ਼ੀ ਕੁਰਬਾਨ ਕਰਦੀ ਹੈ ਅਤੇ ਪੁਰਸ਼ ਆਪਣੀ ਆਜ਼ਾਦੀ ਦਾ ਤਿਆਗ ਕਰਦਾ ਹੈ। ਵਿਆਹ ਇੱਕ ਅਜਿਹੀ ਲਾਟਰੀ ਬਣ ਗਿਆ ਹੈ ਜਿਸ ਵਿੱਚ ਹਾਰਨ ਦੇ ਬਾਵਜੂਦ ਅਸੀਂ ਆਪਣੀ ਟਿਕਟ ਨਹੀਂ ਪਾੜ ਸਕਦੇ। ਜਿਹੜੇ ਪੁਰਸ਼ ਆਪਣੀ ਵਿੱਤ ਨਾਲੋਂ ਉਚੇਰੇ ਘਰ ਵਿੱਚ ਵਿਆਹ ਕਰਦੇ ਹਨ, ਉਹ ਪਤਨੀ ਨੂੰ ਨਹੀਂ ਹਾਕਮ ਨੂੰ ਘਰ ਲੈ ਕੇ ਆਉਂਦੇ ਹਨ। ਅਤੇ ਜਿਹੜੀਆਂ ਔਰਤਾਂ ਆਪਣੇ ਮਾਪਿਆਂ ਵਿਰੁੱਧ ਬਗਾਵਤ ਕਰਕੇ ਵਿਆਹ ਕਰਦੀਆਂ ਹਨ, ਉਹਨਾਂ ਨੂੰ ਪੂਰੀ ਤਰ੍ਹਾਂ ਗੁਲਾਮ ਬਣਾਇਆ ਜਾਂਦਾ ਹੈ ਅਤੇ ਉਹ ਪਤਨੀਆਂ ਘੱਟ ਹੁੰਦੀਆਂ ਹਨ ਅਤੇ ਨੌਕਰਾਣੀਆਂ ਵਧੇਰੇ। ਉਹਨਾਂ ਲਈ ਅੱਗੇ ਕੋਈ ਰਾਹ ਨਹੀਂ ਹੁੰਦਾ ਅਤੇ ਪਿੱਛੇ ਮੁੜਿਆ ਨਹੀਂ ਜਾ ਸਕਦਾ। ਇਵੇਂ ਹੀ ਜਿਹੜੀਆਂ ਕਈ ਪ੍ਰੇਮੀ ਹੰਡਾਉਂਦੀਆਂ ਹਨ, ਉਹਨਾਂ ਵਿੱਚ ਇੱਕ ਨਾਲੋਂ ਵਧੇਰੇ ਪਤੀ ਹੰਡਾਉਣ ਦੀ ਲਾਲਸਾ ਵੀ ਹੁੰਦੀ ਹੈ। ਦੂਜੇ ਪਾਸੇ ਵਿਆਹ ਤੋਂ ਪਹਿਲੇ ਅਸਫਲ ਪਿਆਰ ਦਾ ਬਦਲਾ ਲੈਣ ਲਈ ਪਤਨੀ ਨੂੰ ਉਹਲੇ ਵਜੋਂ ਵਰਤ ਕੇ ਪਤੀ ਨਵੇਂ ਇਸ਼ਕ ਪਾਲਦੇ ਹਨ। ਜਿਹੜਾ ਵੀ ਵਿਅਕਤੀ ਵਾਲ ਰੰਗਦਾ ਹੈ, ਉਹ ਮੰਨੇ ਭਾਵੇਂ ਨਾ ਮੰਨੇ, ਉਹ ਆਪਣੇ ਮਨ ਵਿੱਚ ਇੱਕ ਹੋਰ ਇਸ਼ਕ ਕਰਨ ਲਈ ਤੜਫ ਰਿਹਾ ਹੁੰਦਾ ਹੈ। ਜਦੋਂ ਧੀਆਂ ਪੁੱਤਰ ਅਚਾਨਕ ਆਗਿਆਕਾਰੀ ਬਣ ਜਾਣ ਤਾਂ ਸਮਝੋ ਉਹ ਬਾਹਰ ਕੋਈ ਵਰਜਿਤ ਰਿਸ਼ਤਾ ਉਸਾਰ ਰਹੇ ਹਨ। ਸ਼ਿਕਾਇਤ ਕੀਤੀ ਜਾਂਦੀ ਹੈ ਕਿ ਅਜੋਕੇ ਯੁੱਗ ਵਿੱਚ ਵਿਆਹ ਅਸਫਲ ਹੋ ਰਹੇ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਜੀਵਨ ਦੇ ਹੋਰ ਖੇਤਰਾਂ ਵਾਂਗ ਵਿਆਹ ਵਿੱਚ ਵੀ ਅਸੀਂ ਵੰਨ-ਸੁਵੰਨਤਾ ਭਾਲਦੇ ਹਾਂ। ਹੁਣ ਅਸੀਂ ਘੜੀ ਜਾਂ ਬੂਟ ਜਾਂ ਸੂਟ ਜਾਂ ਪੈਨ ਜਾਂ ਸੋਫਾ ਆਦਿ ਨਵੇਂ ਡਿਜ਼ਾਈਨ ਅਤੇ ਨਵੇਂ ਫੈਸ਼ਨ ਦਾ ਪਸੰਦ ਕਰਦੇ ਹਾਂ। ਇਹੀ ਹਾਲ ਰਿਸ਼ਤਿਆਂ ਦਾ ਹੋ ਗਿਆ ਹੈ। ਨਵੇਂ ਰਿਸ਼ਤੇ ਨਵੇਂ ਫੈਸ਼ਨ ਵਾਂਗ ਵਧੇਰੇ ਲੁਭਾਉਣੇ ਹੁੰਦੇ ਹਨ। ਪ੍ਰਸ਼ਨ ਉੱਠਦਾ ਹੈ ਕਿ ਹਰ ਵੇਲੇ ਲੜਨ ਝਗੜਨ ਵਾਲੇ ਪਤੀ ਪਤਨੀ ਤਲਾਕ ਦੇ ਲੈ ਕੇ ਹੋਰ ਵਿਆਹ ਕਿਉਂ ਨਹੀਂ ਕਰ ਲੈਂਦੇ? ਉੱਤਰ ਸਪਸ਼ਟ ਹੈ ਕਿ ਵਿਆਹ ਉਪਰੰਤ ਬਗਾਵਤ ਕਰਨ ਦੀ ਹਿੰਮਤ ਘਟ ਜਾਂਦੀ ਹੈ। ਸੋ ਜਿਵੇਂ ਕਿਵੇਂ ਗੁਲਾਮੀ ਦਾ ਜੀਵਨ ਜਿਉਣ ਦਾ ਢੋਂਗ ਰਚਾਇਆ ਜਾਂਦਾ ਹੈ ਅਤੇ ਅੰਦਰ ਖਾਤੇ ਹਰ ਕੋਈ ਆਪਣੀ ਸਮਰੱਥਾ ਅਤੇ ਸਾਧਨਾ ਦੇ ਅਨੁਪਾਤ ਵਿੱਚ ਸਾਜ਼ਿਸ਼ਾਂ ਕਰਦਾ ਰਹਿੰਦਾ ਹੈ, ਪਰ ਸਫਲਤਾ ਨਹੀਂ ਮਿਲਦੀ। ਪਿਆਰ ਆਦਰਸ਼ਕ ਵਰਤਾਰਾ ਹੁੰਦਾ ਹੈ, ਜਦੋਂ ਕਿ ਵਿਆਹ ਯਥਾਰਥਕ ਅਮਲ ਹੁੰਦਾ ਹੈ। ਇਹਨਾਂ ਦੋਹਾਂ ਦਾ ਸੁਮੇਲ ਕਦਾਚਿਤ ਸੰਭਵ ਨਹੀਂ ਹੁੰਦਾ। ਪਿਆਰ ਇੱਕ ਇਨਕਲਾਬੀ ਅਨੁਭਵ ਹੈ, ਜਦੋਂ ਕਿ ਵਿਆਹ ਨਰਮ ਖਿਆਲੀਏ ਅਤੇ ਸਮਝੌਤਾਵਾਦੀ ਹੋਣ ਦਾ ਨਾਮ ਹੈ। ਕਈ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਵਿਆਹ ਦੋ ਬੰਦਿਆਂ ਵੱਲੋਂ ਰਲ ਕੇ ਕੀਤੀ ਗਲਤੀ ਹੁੰਦਾ ਹੈ ਅਤੇ ਦੋਵੇਂ ਇਸ ਗਲਤੀ ਮਗਰੋਂ ਅਨੇਕਾਂ ਗਲਤੀਆਂ ਰਲ ਕੇ ਕਰਦੇ ਹਨ ਅਤੇ ਜ਼ਿੰਦਗੀ ਬੀਤ ਜਾਂਦੀ ਹੈ। ਕਈਆਂ ਲਈ ਵਿਆਹ ਸ਼ਰਾਪ ਹੁੰਦਾ ਹੈ ਅਤੇ ਕਈਆਂ ਲਈ ਵਰਦਾਨ। ਵਿਆਹ ਹੈ ਤਾਂ ਵਰਦਾਨ, ਪਰ ਅਨੇਕਾਂ ਇਸ ਨੂੰ ਸ਼ਰਾਪ ਬਣਾ ਲੈਂਦੇ ਹਨ। ਵਿਆਹ ਦੇ ਰੌਸ਼ਨ ਪੱਖ ਵੀ ਹਨ। ਇੱਕ ਸਫਲ ਪਤੀ ਹੀ ਸਫਲ ਮਨੁੱਖ ਹੋ ਸਕਦਾ ਹੈ। ਸੰਭੋਗ ਦੇ ਖੇਤਰ ਵਿੱਚ ਨਵੇਂ-ਨਵੇਂ ਪ੍ਰਯੋਗ ਆਪਣੀ ਪਤਨੀ ਨਾਲ ਹੀ ਸੰਭਵ ਹੁੰਦੇ ਹਨ। ਪਤੀ ਪਤਨੀ ਦੇ ਕਾਮ ਸੰਬੰਧਾਂ ਵਿੱਚ ਘਟਦੀ ਸਰੀਰਕ ਸ਼ਕਤੀ ਆਮ ਕਰਕੇ ਸੰਭੋਗ ਦੀ ਸੁਧਰੀ ਤਕਨੀਕ ਨੂੰ ਜਨਮ ਦਿੰਦੀ ਹੈ। ਕੋਈ ਵਿਅਕਤੀ ਕਿੰਨੀ ਵੀ ਰਿਸ਼ਵਤ ਕਿਉਂ ਨਾ ਲੈਂਦਾ ਹੋਵੇ, ਉਸ ਦੀ ਅਸਲੀਅਤ ਉਸ ਦੀ ਤਨਖਾਹ ਅਨੁਸਾਰ ਹੁੰਦੀ ਹੈ। ਕੋਈ ਵਿਅਕਤੀ ਬਾਹਰ ਭਾਵੇਂ ਕਿੰਨੇ ਹੀ ਰਿਸ਼ਤੇ ਉਸਾਰੇ, ਹੰਢਣਸਾਰ ਅਤੇ ਤਸੱਲੀ ਵਾਲਾ ਰਿਸ਼ਤਾ ਆਪਣੀ ਪਤਨੀ ਜਾਂ ਆਪਣੇ ਪਤੀ ਨਾਲ ਹੀ ਸੰਭਵ ਹੁੰਦਾ ਹੈ। ਕਈ ਪਤੀ ਪਤਨੀ ਇਸ ਹੱਦ ਤੱਕ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ ਕਿ ਉਹ ਇੱਕ ਦਿਨ ਵੀ ਵੱਖ ਨਹੀਂ ਰਹਿ ਸਕਦੇ ਅਤੇ ਨੈਣ ਨਕਸ਼ਾਂ ਦੇ ਪੱਖੋਂ ਉਹ ਪਤੀ ਪਤਨੀ ਨਾਲੋਂ ਵਧੇਰੇ ਭੈਣ ਭਰਾ ਪ੍ਰਤੀਤ ਹੋਣ ਲੱਗ ਪੈਂਦੇ ਹਨ।
ਸਹਿਣਸ਼ੀਲਤਾ ਦੀ ਉੱਤਮ ਮਿਸਾਲ ਵਿਆਹ ਦੀ 50ਵੀਂ ਵੇਰਗੰਢ ਹੁੰਦੀ ਹੈ। ਵਿਆਹ ਤੋਂ ਬਾਹਰੇ ਰਿਸ਼ਤੇ ਪਿਆਰ ਵਾਲੇ ਨਹੀਂ, ਕੇਵਲ ਸੰਭੋਗ ਵਾਲੇ ਹੀ ਹੁੰਦੇ ਹਨ, ਪਰ ਇਹ ਰਿਸ਼ਤੇ ਤ੍ਰਿਪਤ ਨਹੀਂ ਕਰਦੇ। ਵਿਆਹ ਦਾ ਅਤੀਤ, ਵਰਤਮਾਨ ਅਤੇ ਭਵਿੱਖ ਹੁੰਦਾ ਹੈ, ਜਦੋਂ ਕਿ ਨਜਾਇਜ਼ ਰਿਸ਼ਤੇ ਦਾ ਕੋਈ ਭਵਿੱਖ ਨਹੀਂ ਹੁੰਦਾ। ਨਜਾਇਜ਼ ਰਿਸ਼ਤਾ ਕੇਵਲ ਕਬਜ਼ਾ ਹੁੰਦਾ ਹੈ ਅਤੇ ਹਨੇਰੇ ਅਤੇ ਜੁਰਮ ਦੀ ਭਾਵਨਾ ਵਾਲੇ ਵਾਤਾਵਰਣ ਵਿੱਚ ਇਹ ਇੱਕ ਦੂਜੇ ਨੂੰ ਉਜਾੜਨ ਦਾ ਅਮਲ ਹੁੰਦਾ ਹੈ। ਉਹ ਵਿਆਹ ਬੜੇ ਸਫਲ ਹੁੰਦੇ ਹਨ ਜਿੱਥੇ ਪਤੀ ਦਿਮਾਗ ਅਤੇ ਪਤਨੀ ਦਿਲ ਦਾ ਰੋਲ ਅਦਾ ਕਰਦੀ ਹੈ। ਆਮ ਕਰਕੇ ਪਤਨੀਆਂ ਚਾਹੁੰਦੀਆਂ ਹਨ ਕਿ ਉਹਨਾਂ ਦੇ ਪਤੀ ਸਿਆਣੇ ਅਤੇ ਦ੍ਰਿੜ ਇਰਾਦੇ ਵਾਲੇ ਹੋਣ। ਕਈ ਲੋਕ ਪੈਸੇ ਦੇ ਲਾਲਚ ਵਿੱਚ ਵਿਆਹ ਕਰਵਾਉਂਦੇ ਹਨ, ਪਰ ਉਹਨਾਂ ਦੇ ਹੱਥ ਕੇਵਲ ਪਰਸ ਹੀ ਆਉਂਦਾ ਹੈ। ਜਿਹੜੇ ਆਪਣੀਆਂ ਪਤਨੀਆਂ ਨੂੰ ਕੁੱਟਦੇ ਹਨ, ਉਹ ਆਪਣੇ ਹੀ ਇੱਕ ਹਿੱਸੇ ਨੂੰ ਦੁਖੀ, ਤੰਗ ਅਤੇ ਪੀੜਿਤ ਕਰਦੇ ਹਨ। ਕਈ ਲੋਕ ਵਿਆਹ ਦੀ ਅਸਫਲਤਾ ਦੇ ਕਈ ਆਧਾਰ ਦੱਸਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਮਨੁੱਖਾਂ ਵਾਂਗ ਵਿਆਹ ਕਦੀ ਵੀ ਸੰਪੂਰਨ ਨਹੀਂ ਹੋ ਸਕਦਾ। ਵਿਆਹ ਇੱਕ ਜਿਉਂਦਾ ਜਾਗਦਾ ਰਿਸ਼ਤਾ ਹੈ। ਇਸ ਵਿੱਚ ਉਤਰਾਵਾਂ ਚੜ੍ਹਾਵਾਂ ਦਾ ਆਉਣਾ ਲਾਜ਼ਮੀ ਹੁੰਦਾ ਹੈ। ਵਿਆਹ ਕਰਨਾ ਇਸ ਲਈ ਵੀ ਜ਼ਰੂਰੀ ਹੁੰਦਾ ਹੈ ਕਿਉਂਕਿ ਮਨੁੱਖ ਦਾ ਇਕੱਲਿਆਂ ਰਹਿਣਾ ਸਮਾਜ ਲਈ ਨੁਕਸਾਨਦੇਹ ਹੁੰਦਾ ਹੈ। ਜਿਹੜੇ ਵਿਆਹ ਨਹੀਂ ਕਰ ਸਕਦੇ ਜਾਂ ਪਤੀ ਜਾਂ ਪਤਨੀ ਵਜੋਂ ਰੋਲ ਨਹੀਂ ਨਿਭਾ ਸਕਦੇ, ਉਹ ਹੋਰ ਕਿਸੇ ਕੰਮ ਵਿੱਚ ਵੀ ਘੱਟ ਹੀ ਸਫਲ ਹੁੰਦੇ ਹਨ। ਵਿਆਹ ਦੀ ਸਫਲਤਾ ਲਈ ਸਬਰ ਦੀ ਲੋੜ ਹੁੰਦੀ ਹੈ। ਬੇਸਬਰਾਪਣ ਹਰ ਥਾਂ ਨੁਕਸਾਨ, ਪਛਤਾਵਾ, ਅਸਫਲਤਾ ਅਤੇ ਉਦਾਸੀ ਨੂੰ ਸਿਰਜਣ ਅਤੇ ਹੰਢਾਉਣ ਦਾ ਕਾਰਨ ਬਣਦਾ ਹੈ। ਕਹਿੰਦੇ ਹਨ, ਸਫਲ ਵਿਆਹ ਮਾਣਨ ਲਈ ਪਤੀ ਨੂੰ ਆਪਣੇ ਕੰਨ ਅਤੇ ਪਤਨੀ ਨੂੰ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਵਿਆਹ ਅੱਖਾਂ ਖੋਲ੍ਹ ਕੇ ਕਰਨਾ ਚਾਹੀਦਾ ਹੈ, ਪਰ ਵਿਆਹ ਉਪਰੰਤ ਅੱਖਾਂ ਅੱਧੀਆਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ। ਮੁਸੀਬਤ ਇਹ ਹੈ ਕਿ ਬਹੁਤੇ ਲੋਕ ਕਰਦੇ ਬਿਲਕੁਲ ਇਸ ਦੇ ਉਲਟ ਹਨ। ਵਿਆਹ ਮਨੁੱਖ ਵਿੱਚ ਪ੍ਰਕਾਰਕ ਜਾਂ ਗੁਣਾਤਮਕ ਤਬਦੀਲੀ ਲਿਆਉਂਦਾ ਹੈ। ਇਹ ਮੂਰਖਾਂ ਨੂੰ ਸਿਆਣਾ ਅਤੇ ਸਿਆਣਿਆਂ ਨੂੰ ਮੂਰਖ ਵੀ ਬਣਾ ਦਿੰਦਾ ਹੈ। ਕਾਹਲੀ ਵਿੱਚ ਕੀਤੇ ਵਿਆਹ ਦਾ ਸਾਰੀ ਉਮਰ ਪਛਤਾਵਾ ਰਹਿੰਦਾ ਹੈ। ਜਿਹੜੇ ਔਰਤ ਦੀ ਕੇਵਲ ਸੁੰਦਰਤਾ ਨੂੰ ਸਾਹਮਣੇ ਰੱਖ ਕੇ ਵਿਆਹ ਕਰਦੇ ਹਨ, ਉਹਨਾਂ ਦੀਆਂ ਰਾਤਾਂ ਭਾਵੇਂ ਰੰਗੀਨ ਹੁੰਦੀਆਂ ਹਨ, ਪਰ ਦਿਨ ਬੇਰੰਗ ਹੁੰਦੇ ਹਨ। ਜਦੋਂ ਦੋਵੇਂ ਧਿਰਾਂ ਵੱਧ ਤੋਂ ਵੱਧ ਪੱਖਾਂ ਤੋਂ ਬਰਾਬਰ ਹੋਣ ਤਾਂ ਵਿਆਹ ਦੀ ਸਫਲਤਾ ਦੀ ਸੰਭਾਵਨਾ ਅਕਸਰ ਵੱਧ ਜਾਂਦੀ ਹੈ। ਜਿਹੜੇ ਲੋਕ ਬਹੁਤ ਅਧਿਕ ਆਸਾਂ ਨਾਲ ਵਿਆਹ ਕਰਵਾਉਂਦੇ ਹਨ, ਉਹ ਆਲਣੇ ਦੀ ਥਾਂ ਪਿੰਜਰਾ ਅਤੇ ਘਰ ਦੀ ਥਾਂ ਜੇਲ੍ਹ ਉਸਾਰ ਲੈਂਦੇ ਹਨ। ਜਿੱਥੇ ਪਤਨੀ ਜੇਲ੍ਹ ਵਿੱਚ ਬੰਦ ਕੀਤੀ ਜਾਂਦੀ ਹੈ, ਉੱਥੇ ਪਤੀ ਦੀ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੁੰਦੀ, ਉਹ ਜੇਲਰ ਬਣਿਆ ਰਹਿੰਦਾ ਹੈ। ਵਿਆਹ ਪੁਰਸ਼ ਦੀ ਮਨੁੱਖਤਾ, ਵਿਦਵਾਨ ਦੀ ਵਿਦਵਤਾ, ਬਹਾਦਰ ਦੀ ਬਹਾਦਰੀ ਅਤੇ ਮਰਦ ਦੀ ਮਰਦਾਨਗੀ ਅਤੇ ਔਰਤ ਦੀ ਮਮਤਾ, ਸੂਝ, ਸਿਆਣਪ ਅਤੇ ਸਲੀਕੇ ਦੀ ਯੋਗਤਾ ਅਤੇ ਸਮਰੱਥਾ ਦਾ ਇਮਤਿਹਾਨ ਹੁੰਦਾ ਹੈ। ਇਹ ਫੁੱਲ ਤੋਂ ਫਲ ਬਣਨ ਦਾ ਅਮਲ ਹੁੰਦਾ ਹੈ। ਸੋ ਦੋਸਤੋ, ਇਹ ਸਨ ਬਹੁਤ ਹੀ ਕਮਾਲ ਦੀਆਂ ਗੱਲਾਂ ਵਿਆਹ ਬਾਰੇ। ਦੂਜਿਆਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹ ਵੀ ਇਸ ਜਾਣਕਾਰੀ ਦਾ ਚੰਗੀ ਤਰ੍ਹਾਂ ਲਾਭ ਲੈ ਸਕਣ। ਸੋ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।